सो जिस तरह कि ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਤੁਹਾਨੂੰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ, ਉਹਨਾਂ ਦੇ ਰੂਬਰੂ ਕਰਾਉਣੇ ਆ। ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਗੁਰਦਾਸਪੁਰ ਦੇ ਪਿੰਡ ਮਟਮਾ ਵਿੱਚ ਜਿਹੜਾ ਜੀ ਇੱਕ ਜੰਗਲ ਵਾ, ਇੱਕ ਐਸਾ ਜੰਗਲ ਆ ਜਿਹਦੀ ਲੱਕੜੀ ਜਿਹੜੀ ਆ ਤੁਸੀਂ ਕੱਟ ਕੇ ਘਰ ਨਹੀਂ ਖੜ ਸਕਦੇ ਜੀ। ਔਰ ਇਹ ਜੰਗਲ ਜਿਹੜਾ ਵਾ ਉਹਦੇ ਤੁਹਾਨੂੰ ਰੂਬਰੂ ਕਰਾਵਾਂਗੇ, ਬਾਗ ਦੇ ਰੂਬਰੂ ਕਰਾਵਾਂਗੇ ਔਰ ਇੱਥੇ ਜਿਹੜੇ ਮਹਾਰਾਜ ਜਿਹੜੇ ਮਹਾਂਪੁਰਸ਼ਾਂ ਦੀ ਜਗ੍ਹਾ ਵਾ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਸੋ ਇੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਇੱਕ ਮੈਂ ਹੋਰ ਤੁਹਾਨੂੰ ਦੱਸ ਦੇਣਾ ਗੱਲ ਵੀ ਇਹ ਦਰਖਤ ਜਿਹੜੇ ਆ, ਇਹ ਬ੍ਰਿਕਸ਼ ਜਿਹੜੇ ਆ, ਇਹ ਸਾਡੇ ਇੱਧਰ ਦੇ ਨਾਲ ਰਿਲੇਟਡ ਨਹੀਂ ਹੈਗੇ। ਇਹ ਜਿਸ ਤਰ੍ਹਾਂ ਕੋਈ ਹਿਮਾਲਿਆ ਨਾਲ ਰਿਲੇਟਡ ਨੇ ਔਰ ਅਲੱਗ ਤਰ੍ਹਾਂ ਦੇ ਬ੍ਰਿਕਸ਼ ਨੇ, ਇਹਨਾਂ ਨੂੰ ਇੱਧਰ ਬਹੁਤ ਘੱਟ ਪਾਇਆ ਜਾਂਦਾ ਬ੍ਰਿਕਸ਼ ਜੀ। ਔਰ ਇਹ ਜੰਗਲ ਜਿਹੜਾ ਵਾ ਜੀ ਇੱਕ ਬਹੁਤ ਜ਼ਿਆਦਾ ਘਣਾ ਜੰਗਲ ਵਾ ਔਰ ਇਹਦੇ ਵਿੱਚ ਵੀ ਵੜਨਾ ਜਿਹੜਾ ਬੜਾ ਔਖਾ ਵਾ। ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਥੋੜ੍ਹਾ ਜਿਹਾ। ਇਹ ਜੰਗਲ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ, ਰੂਬਰੂ ਕਰਾ ਰਹੇ ਹਾਂ। ਇਤਿਹਾਸਿਕ ਜੰਗਲ ਆ ਜੀ ਇਹ। ਸੋ ਇੱਥੇ ਜਿਹੜੇ ਮਹਾਂਪੁਰਸ਼ ਜਿਨ੍ਹਾਂ ਨੇ ਇੱਥੇ ਤਪ ਕੀਤਾ ਵਾ ਉਹਨਾਂ ਦੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ, ਉਹਨਾਂ ਦੇ ਰੂਬਰੂ ਵੀ ਕਰਾਵਾਂਗੇ। ਇੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਾਂਗੇ ਇਸ ਜਗ੍ਹਾ ਬਾਰੇ। ਸੋ ਬਹੁਤ ਸੁੰਦਰ ਜਗ੍ਹਾ ਵਾ ਜੀ, ਮਨ ਨੂੰ ਆ ਕੇ ਅਲੱਗ ਫੀਲਿੰਗ ਹੁੰਦੀ ਹੈ ਜੀ, ਸ਼ਾਂਤੀ ਮਿਲਦੀ ਆ ਔਰ ਸਕੂਨ ਮਿਲਦਾ ਇਸ ਜਗ੍ਹਾ 'ਤੇ ਆ ਕੇ। ਅਲੱਗ ਚੀਜ਼ ਆ ਜੀ, ਤੁਸੀਂ ਆਓਗੇ ਤਾਂ ਫਿਰ ਪਤਾ ਲੱਗਣਾ ਇੱਥੇ ਆ ਕੇ ਤੁਹਾਨੂੰ ਇਸ ਜਗ੍ਹਾ 'ਤੇ ਆ ਕੇ ਕਿੰਨਾ ਸਕੂਨ ਮਿਲਦਾ ਜੀ। ਸੋ ਜਿਹੜੇ ਬ੍ਰਿਕਸ਼ ਨੇ ਉਹਦੀ ਵੀ ਦੇਖੋ ਰੂਪ ਰੇਖਾ ਦੇਖੋ ਕਿਸ ਤਰੀਕੇ ਨਾਲ ਬਣੀ ਹੈ ਜੀ। ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਉਣ ਜਰਾ। ਇਹ ਬਣਾਵਟ ਤੋਂ ਪਤਾ ਲੱਗਦਾ ਜੀ, ਇਹਨਾਂ ਬ੍ਰਿਕਸ਼ਾਂ ਦੀ ਬਣਾਵਟ ਤੋਂ ਪਤਾ ਲੱਗਦਾ ਵਾ। ਔਰ ਇਹ ਹਿਮਾਲਿਆ ਨਾਲ ਰਿਲੇਟਡ ਬ੍ਰਿਕਸ਼ ਨੇ ਜੀ, ਕਿਉਂਕਿ ਮੈਂ ਆਪਣੀ ਦੇਖੋ ਲਾਈਫ 'ਚ ਇੱਦਾਂ ਦੇ ਬ੍ਰਿਕਸ਼ ਨਹੀਂ ਦੇਖੇ। ਸੋ ਇਹ ਜੰਗਲ ਜਿਹੜਾ ਵਾ ਜੀ, ਇਸ ਜੰਗਲ ਦੀ ਇੱਥੋਂ ਦੇ ਜਿਹੜੇ ਵਸਨੀਕ ਦੱਸਦੇ ਨੇ, ਇੱਥੋਂ ਦੇ ਇਲਾਕਾ ਵਾਸੀ ਜਿਹੜੇ ਸੇਵਾਦਾਰ ਨੇ ਦੱਸਦੇ ਨੇ ਇਸ ਜੰਗਲ ਦੀ ਲੱਕੜੀ ਜਿਹੜੀ ਆ ਕੱਟ ਕੇ ਤੁਸੀਂ ਘਰ ਨਹੀਂ ਖੜ ਸਕਦੇ। ਜੇਕਰ ਕੋਈ ਘਰ ਖੜਦਾ ਵਾ ਤਾਂ ਉਹਦੇ ਘਰ ਵਿੱਚ ਵੱਡਾ ਨੁਕਸਾਨ ਹੋ ਸਕਦਾ ਵਾ ਜੀ। ਸੋ ਇਹ ਲੱਕੜੀ ਜਿਹੜੀ ਆ, ਇਹ ਲੱਕੜੀ ਸਿਰਫ ਤਾਂ ਸਿਰਫ ਸੰਸਕਾਰ ਦੇ ਕੰਮ ਹੁੰਦੀ ਹੈ ਜੀ, ਹੋਰ ਕਿਸੇ ਕੰਮ 'ਚ ਨਹੀਂ ਹੁੰਦੀ। ਸੰਸਕਾਰ ਦੇ ਕੰਮ ਹੁੰਦੀ ਆ ਜਾਂ ਬਾਬਾ ਜੀ ਦੇ ਧੂਣੇ 'ਚ ਕੰਮ ਹੁੰਦੀ ਆ। ਸੋ ਤੁਹਾਨੂੰ ਜੰਗਲ ਦਿਖਾ ਰਹੇ ਆ। ਔਰ ਇਹ ਬ੍ਰਿਕਸ਼ ਦੇਖੋ ਤੁਸੀਂ ਇੱਕ ਧਿਆਨ ਨਾਲ ਦੇਖੋ, ਇਹ ਬ੍ਰਿਕਸ਼ ਜਿਹੜੇ ਆ ਅਲੱਗ ਪ੍ਰਕਾਰ ਦੇ ਬ੍ਰਿਕਸ਼ ਨੇ ਸਾਰੇ ਜੀ। ਇਹ ਦੇਖੋ ਪੰਛੀਆਂ ਵਾਸਤੇ ਜਿਹੜਾ ਵਾ ਜੀ ਉਹ ਵੀ ਬਾਬਾ ਜੀ ਨੇ ਜਿਹੜਾ ਇੰਤਜ਼ਾਮ ਕੀਤਾ ਸੀ ਜੀ। ਖਜੂਰਾਂ ਦੇ ਬੂਟੇ ਨੇ, ਪੁਰਾਣੇ ਬੂਟੇ ਨੇ ਖਜੂਰਾਂ ਦੇ, ਔਰ ਇਹਨਾਂ ਬੂਟਿਆਂ ਤੋਂ ਜਿਹੜੀਆਂ ਖਜੂਰਾਂ ਲੱਗਦੀਆਂ ਜੀ ਉਹ ਇੱਥੋਂ ਦੇ ਜਿਹੜੇ ਪੰਛੀ ਜਿਹੜੇ ਜੀਵ ਇੱਥੇ ਰਹਿੰਦੇ ਨੇ ਜੀ ਉਹਨਾਂ ਵਾਸਤੇ ਵੀ ਇੰਤਜ਼ਾਮ ਜਿਹੜੇ ਮਹਾਰਾਜ ਨੇ ਕੀਤੇ ਨੇ। ਸੋ ਤੁਹਾਨੂੰ ਦਿਖਾਉਂਦੇ ਅਲੱਗ-ਅਲੱਗ ਤਰ੍ਹਾਂ ਦੇ ਪੇੜ ਨੇ ਜੀ। ਮੈਂ ਦਿਖਾਉਣ ਕੈਮਰਾਮੈਨ ਨੂੰ ਕਹਿੰਦਾ ਦਿਖਾਓ ਜਰਾ ਕਰੀ ਫਿਰ। ਇਹ ਅਲੱਗ-ਅਲੱਗ ਪ੍ਰਕਾਰ ਦੇ ਪੇੜ ਨੇ ਇੱਥੇ ਜੰਗਲ ਦੇ ਵਿੱਚ। ਇਹ ਦੇਖੋ ਅਲੱਗ ਪ੍ਰਕਾਰ ਦੇ ਬ੍ਰਿਕਸ਼ ਨੇ ਜੀ। ਦੇਖੋ ਇਹ ਭਾਈ ਸਾਹਿਬ ਕਹਿ ਰਹੇ ਵੀ ਹੇਮਕੁੰਟ ਸਾਹਿਬ ਵਾਲਾ ਬ੍ਰਿਕਸ਼ ਵਾ ਜੀ, ਬਹੁਤ ਸੁੰਦਰ ਬ੍ਰਿਕਸ਼ ਨੇ। ਔਰ ਇੱਥੇ ਆ ਕੇ ਮਨ ਨੂੰ ਅਲੱਗ ਸ਼ਾਂਤੀ ਮਿਲਦੀ ਆ, ਅਲੱਗ ਫੀਲਿੰਗ ਹੁੰਦੀ ਹੈ ਜੀ। ਤੁਹਾਨੂੰ ਜੰਗਲ ਦੇ ਰੂਬਰੂ ਕੀਤਾ, ਜੰਗਲ ਦੀ ਤੁਹਾਨੂੰ ਜਿਹੜੀ ਰੂਪ ਰੇਖਾ ਦਿਖਾਈ ਆ, ਕਿਉਂਕਿ ਅਲੱਗ ਪ੍ਰਕਾਰ ਦੇ ਬ੍ਰਿਕਸ਼ ਨੇ ਜੀ। ਮੈਂ ਇੱਕ ਵਾਰ ਫਿਰ ਦੱਸਣਾ ਤੁਹਾਨੂੰ ਵੀ ਇਹ ਜਿਹੜਾ ਜੰਗਲ ਵਾ, ਇਸ ਜੰਗਲ ਦੀ ਲੱਕੜੀ ਜਿਹੜੀ ਹੈ ਤੁਸੀਂ ਕੱਟ ਕੇ ਘਰ ਨਹੀਂ ਖੜ ਸਕਦੇ। ਇਹ ਸਿਰਫ ਤਾਂ ਸਿਰਫ ਸੰਸਕਾਰ ਦੇ ਕੰਮ ਹੁੰਦੀ ਆ ਜਾਂ ਬਾਬਾ ਜੀ ਦੀ ਧੂਣੇ 'ਚ ਇਸਤੇਮਾਲ ਕੀਤੀ ਜਾਂਦੀ। ਇਸ ਤੋਂ ਇਲਾਵਾ ਇਹ ਲੱਕੜ ਦਾ ਕੰਮ ਇਸਤੇਮਾਲ ਕਿਤੇ ਵੀ ਨਹੀਂ ਹੁੰਦਾ ਜੀ। ਸੋ ਇਹ ਘਣਾ ਜੰਗਲ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਡੇ ਗੁਰਦਾਸਪੁਰ ਜ਼ਿਲ੍ਹੇ। ਦੇਖੋ ਇਹ ਸਾਡੀ ਜਿਹੜੀ ਧਰਤੀ ਹੈ ਨਾ ਜੀ ਗੁਰਦਾਸਪੁਰ ਦੀ, ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਜੀ। ਔਰ ਤੁਹਾਨੂੰ ਜਗ੍ਹਾ ਜਗ੍ਹਾ 'ਤੇ ਜਿਹੜੇ ਧਾਰਮਿਕ ਸਥਾਨ ਮਿਲਣਗੇ, ਇਤਿਹਾਸਿਕ ਸਥਾਨ ਮਿਲਣਗੇ। ਸ਼ਾਇਦ ਅਸੀਂ ਇਹਨਾਂ ਚੀਜ਼ਾਂ ਤੋਂ ਵਾਂਝੇ ਹਾਂ। ਸ਼ਾਇਦ ਮੇਰੇ ਕਈ ਵੀਰ ਭਰਾ ਐਸੇ ਹੋਣੇ ਜਿਨ੍ਹਾਂ ਨੇ ਇਹ ਜਗ੍ਹਾ ਦੇਖੀ ਨਹੀਂ ਹੋਣੀ। ਸੋ ਤੁਹਾਨੂੰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਅਸੀਂ ਤੁਹਾਨੂੰ ਜਿੰਨੇ ਵੀ ਆਪਣੇ ਜ਼ਿਲ੍ਹੇ ਦੇ ਇਤਿਹਾਸਿਕ ਸਥਾਨ ਨੇ, ਧਾਰਮਿਕ ਸਥਾਨ ਨੇ, ਉਹਨਾਂ ਦੇ ਰੂਬਰੂ ਕਰਾਈਏ, ਘਰ ਬੈਠੇ ਤੁਹਾਨੂੰ ਦਰਸ਼ਨ ਕਰਾਈਏ। ਸੋ ਲੈ ਕੇ ਆਏ ਹਾਂ ਤੁਹਾਨੂੰ ਬਾਬਾ ਜੀ ਦੇ ਦਰਬਾਰ 'ਤੇ, ਬਾਬਾ ਜੀ ਦੇ ਦਰਸ਼ਨ ਵੀ ਤੁਹਾਨੂੰ ਕਰਾਉਣੇ ਆ। ਔਰ ਉਸ ਤੋਂ ਬਾਅਦ ਜੰਗਲ ਵਿੱਚ ਜਿਹੜੀਆਂ ਹੋਰ ਚੀਜ਼ਾਂ ਨੇ ਤੁਹਾਡੇ ਰੂਬਰੂ ਹੋਣ ਵਾਲੀਆਂ ਉਹ ਵੀ ਤੁਹਾਡੇ ਰੂਬਰੂ ਕਰਦੇ ਹਾਂ। ਔਰ ਇੱਥੇ ਜਿਹੜੇ ਵਸਨੀਕ ਨੇ, ਸੇਵਾਦਾਰ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਤੋਂ ਇਤਿਹਾਸ ਬਾਰੇ ਜਾਣਾਂਗੇ, ਕਿਉਂਕਿ ਉਹ ਜਿਹੜਾ ਇਤਿਹਾਸ ਹੈ ਜੀ ਵਿਸਤਾਰਪੂਰਵਕ ਸਾਨੂੰ ਦੱਸ ਸਕਦੇ ਨੇ। ਸੋ ਤੁਹਾਨੂੰ ਅਸੀਂ ਜੰਗਲ ਦੇ ਦਰਸ਼ਨ ਕਰਾਏ ਜੀ। ਹੁਣ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ, ਬਾਬਾ ਘੁੰਮਣ ਸ਼ਾਹ ਜੀ ਦੇ ਦਰਸ਼ਨ ਕਰਾਉਣੇ ਆ, ਰਾਜਾ ਬਾਬਾ ਘੁੰਮਣ ਸ਼ਾਹ ਜੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ। ਦੇਖੋ ਸੰਗਤਾਂ ਜਿਹੜੀਆਂ ਦਰਬਾਰ ਚਾਹੀਦੀਆਂ ਮੱਥਾ ਟੇਕਣ ਦੀ। ਸੋ ਮਹਾਰਾਜ ਜੀ ਤੁਹਾਨੂੰ ਦਰਸ਼ਨ ਕਰਾਉਣੇ। ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਜਰਾ ਆ ਕੇ ਜਰਾ ਕਲੋਜ਼ ਕਰਕੇ ਜਿਹੜਾ ਦਰਸ਼ਨ ਕਰਾਉਣ। ਇਹ ਇਤਿਹਾਸਿਕ ਪਲ ਨੇ ਜੀ ਜਿਹੜੇ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਅੱਜ ਜੀ। ਰਾਜਾ ਬਾਬਾ ਘੁੰਮਣ ਸ਼ਾਹ ਜੀ ਦੀ ਸਮਾਧ ਹੈ ਜੀ, ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਸੁੰਦਰ ਔਰ ਪਵਿੱਤਰ ਸਮਾਧ ਹੈ ਜੀ, ਇਹ ਤੁਹਾਨੂੰ ਰੂਬਰੂ ਕਰ ਰਹੇ ਹਾਂ, ਦਰਸ਼ਨ ਕਰਾ ਰਹੇ ਹਾਂ। ਰਾਜਾ ਬਾਬਾ ਘੁੰਮਣ ਸ਼ਾਹ ਜੀ ਇੱਥੋਂ ਦੇ ਵਸਨੀਕ ਜਿਹੜੇ ਨੇ ਜੀ ਪਿੰਡ ਵਾਸੀ ਨੇ, ਔਰ ਲਾਗੇ ਚਾਗੇ ਦੀ ਸੰਗਤਾਂ ਜਿਹੜੀਆਂ ਦਰਬਾਰ 'ਚ ਆਉਂਦੀਆਂ ਨੇ ਔਰ ਆ ਕੇ ਧੂਫ ਦੀਆ ਬੱਤੀ ਕਰਦੀਆਂ ਨੇ ਔਰ ਬਾਬਾ ਜੀ ਦਾ ਨਾਮ ਜਪਦੀਆਂ ਨੇ। ਬਾਬਾ ਜੀ ਤੁਹਾਨੂੰ ਦਰਸ਼ਨ ਕਰਾਏ ਜੀ। ਆ ਦੇਖੋ ਬ੍ਰਿਕਸ਼ ਦੇਖੋ, ਖਜੂਰਾਂ ਦੇ ਪੇੜ ਦੇਖੋ ਕਿਹੜੇ ਵੱਡੇ ਪੇੜ ਨੇ ਜੀ, ਇਤਿਹਾਸਿਕ ਔਰ ਪੁਰਾਣੇ ਪੇੜ ਨੇ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਆਪਣੇ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਜਿੰਨੇ ਵੀ ਧਾਰਮਿਕ ਸਥਾਨ ਹੈ ਜੀ ਉਹਨਾਂ ਦੇ ਦਰਸ਼ਨ ਕਰਾਈਏ। ਦੇਖੋ ਪੰਛੀਆਂ ਵਾਸਤੇ ਜਿਹੜਾ ਅਨਾਜ ਜਿਹੜਾ ਇੱਥੇ 24 ਘੰਟੇ ਜਿਹੜਾ ਇੱਥੇ ਪਿਆ ਹੁੰਦਾ ਵਾ ਜੀ।
ਕਿਉਂਕਿ ਪੰਛੀਆਂ ਨੂੰ ਜਿਹੜਾ ਅਨਾਜ ਪਾਇਆ ਜਾਂਦਾ ਵਾ, ਬੜੀ ਵੱਡੀ ਸੇਵਾ ਜੀ। ਸਭ ਤੋਂ ਵੱਡੀ ਸੇਵਾ ਇਹੀ ਆ, ਬੇਜ਼ੁਬਾਨੇ ਜਾਨਵਰਾਂ ਨੂੰ ਅਨਾਜ ਜਿਹੜਾ ਪਾਉਣਾ, ਇਹ ਬੜਾ ਵੱਡਾ ਕਰਮ ਆ ਜੀ। ਸੋ ਬਾਬਾ ਜੀ ਦਾ ਥੜਾ ਵਾ ਜੀ, ਥੜਾ ਸਾਹਿਬ ਹੈ ਜੀ, ਤੁਹਾਨੂੰ ਦਰਸ਼ਨ ਕਰਾ ਰਹੇ ਆ। ਔਰ ਪਵਿੱਤਰ ਸਥਾਨ ਆ ਜੀ ਇਹ, ਔਰ ਇਤਿਹਾਸਿਕ ਸਥਾਨ ਆ। ਔਰ ਥੜਾ ਸਾਹਿਬ ਦੇ ਜਿਹੜੇ 4 ਦਰਵਾਜ਼ੇ ਨੇ ਜੀ, ਔਰ ਦੇਖੋ ਇਹ ਬੜੀ ਵੱਡੀ ਗੱਲ ਹੁੰਦੀ ਹੈ ਜੀ। 4 ਦਰਵਾਜ਼ਿਆਂ ਦਾ ਮਤਲਬ ਹੁੰਦਾ ਵਾ ਵੀ ਚਾਰੋਂ ਧਰਮਾਂ ਲਈ ਇਹ ਇੱਕ ਮੈਸੇਜ ਦਿੱਤਾ ਹੁੰਦਾ ਵਾ, ਬੜਾ ਵੱਡਾ ਮੈਸੇਜ ਆ ਵੀ ਚਾਰੇ ਧਰਮ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੋ ਸਕਦੇ ਨੇ, ਮਹਾਰਾਜ ਦਾ ਨਾਮ ਜਪ ਸਕਦੇ ਨੇ। 4 ਦਰਵਾਜ਼ੇ ਨੇ ਜੀ ਚਾਰੋਂ ਦਿਸ਼ਾਵਾਂ ਤੇ, ਔਰ ਬੜੀ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈਗੀ। ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ, ਪਿੱਛੇ ਮੇਰੇ ਤੁਸੀਂ ਦਰਸ਼ਨ ਕਰੋ, ਬਾਬਾ ਦਿਆਨਾਥ ਜੀ ਦੀ ਸਮਾਧੀ ਹੈ ਜੀ। ਇਹ ਸਮਾਧੀ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਔਰ ਬਹੁਤ ਸੋਹਣੀ ਜਗ੍ਹਾ, ਔਰ ਸੁੰਦਰ ਜਗ੍ਹਾ, ਔਰ ਪਵਿੱਤਰ, ਔਰ ਸ਼ਾਂਤੀ ਮਿਲਦੀ ਇਸ ਜਗ੍ਹਾ। ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ, ਮਨ ਨੂੰ ਸਕੂਨ ਮਿਲਦਾ ਵਾ, ਇਹ ਬੜੀ ਵੱਡੀ ਗੱਲ ਆ। ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ, ਇੱਕ ਵਾਰੀ ਜ਼ਰੂਰ ਪਹੁੰਚੋ, ਇੱਥੇ ਪਧਾਰੋ, ਔਰ ਇੱਥੇ ਆ ਕੇ ਦੇਖੋ ਵੀ ਇੱਥੋਂ ਦਾ ਵਾਤਾਵਰਨ ਕਿੰਨਾ ਸੁੰਦਰ ਆ, ਔਰ ਮਨ ਨੂੰ ਕਿੰਨਾ ਸਕੂਨ ਮਿਲਦਾ, ਕਿੰਨੀ ਸ਼ਾਂਤੀ ਮਿਲਦੀ ਹੈ ਜੀ। ਇੱਕ ਇੱਧਰ ਵੀ ਦੇਖੋ ਸਮਾਧੀ ਹੈ ਜੀ, ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣੇ ਆ। ਮੈਂ ਕੈਮਰਾਮੈਨ ਕੋਲ ਦਰਸ਼ਨ ਕਰਾਉਣ। ਇਹ ਵੀ ਸਮਾਧ ਹੈ ਜੀ ਮਾਤਾ ਜੀ ਦੀ, ਇਹ ਮਾਤਾ ਜੀ ਦੀ ਸਮਾਧ ਹੈ ਜੀ, ਮਾਤਾ ਸਤੀ ਜੀ ਦੀ ਸਮਾਧ ਹੈ ਜੀ, ਜਿਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਉਹ ਇੱਥੇ ਜਿਹੜੇ ਸੇਵਾਦਾਰ ਨੇ ਜੀ, ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਤੋਂ ਜਾਣਦੇ ਆ ਇਸ ਇਤਿਹਾਸ ਬਾਰੇ। ਸੋ ਉਹਨਾਂ ਨੂੰ ਮਿਲਦੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਜੀ, ਵੱਡੇ ਭਾਜੀ ਜੀ ਸਰ, ਅਸੀਂ ਅੱਜ ਤੁਹਾਡੇ ਇੱਥੇ ਆਏ ਹਾਂ ਜੀ, ਜੰਗਲ 'ਚ ਆਏ ਹਾਂ, ਬਾਬਾ ਜੀ ਦੇ ਦਰਸ਼ਨ ਕੀਤੇ ਸਮਾਧ ਦੇ ਜੀ। ਔਰ ਤੁਸੀਂ ਇੱਥੋਂ ਦੇ ਵਸਨੀਕ ਹੋ, ਸ਼ਾਇਦ ਤੁਸੀਂ ਵੱਧ ਦੱਸ ਸਕਦੇ ਹੋ ਸਾਨੂੰ, ਕਿਉਂਕਿ ਸਾਨੂੰ ਨਹੀਂ ਜਾਣਕਾਰੀ ਜਿੰਨੀ ਤੁਸੀਂ ਦੱਸ ਸਕਦੇ ਹੋ ਇਸ ਜਗ੍ਹਾ ਬਾਰੇ, ਇਸ ਜੰਗਲ ਦੇ ਇਤਿਹਾਸ ਬਾਰੇ ਸਰ ਦੱਸੋ ਜੀ। ਠੀਕ ਹੈ ਜੀ। ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਨੂੰ ਹੀ ਇਹ ਗੱਲ ਦੀ ਖੁਸ਼ੀ ਹੋਵੇਗੀ ਵੀ ਚਲੋ ਚੱਲ ਕੇ ਇਸ ਜੰਗਲ ਦੇ ਵਿੱਚ, ਬਾਗ ਦੇ ਵਿੱਚ ਕਹਿ ਲਓ ਬਾਬਾ ਜੀਆਂ ਦੇ, ਜੋ ਸਾਡਾ ਚੱਲ ਕੇ ਇਤਿਹਾਸ ਨੂੰ ਪੁੱਛਣ ਵਾਸਤੇ ਸਾਡੇ ਵੀਰ ਜੀ ਆਏ ਨੇ। ਜੀ ਆਇਆਂ ਜੀ। ਸਭ ਤੋਂ ਪਹਿਲਾਂ ਇਹ ਆ ਵੀ ਸਾਨੂੰ ਕੁਛ ਅਜੇ ਧਰਮਾਂ ਬਾਰੇ ਨਹੀਂ ਸੀ ਗਿਆਨ। ਅਸੀਂ ਗ੍ਰਿਸ਼ਟੀ ਨਾਲ ਜੁੜੇ ਹਾਂ, ਔਰ ਆਪਣੀਆਂ ਆਲੇ ਦੁਆਲੇ ਖੇਤੀ ਆ, ਅਤੇ ਖੇਤੀ ਨਾਲ ਜੁੜੇ ਹਾਂ। ਖੇਤੀ ਕਰਦੇ ਹਾਂ, ਫਿਰ ਸਾਡੇ ਜੋ ਪਿਓ ਦਾਦੇ ਨੇ ਸਾਨੂੰ ਦੱਸਿਆ ਵੀ ਬੱਚਾ, ਇਹ ਕਦੀ ਵੀ ਬਾਗ ਦੀ ਤੁਸੀਂ ਲੱਕੜ ਖੇਤੀ ਵਿੱਚ ਜਾਂ ਆਪਣੇ ਘਰ ਦੇ ਕੰਮਾਂ ਵਿੱਚ ਨਹੀਂ ਵਰਤਣੀ ਜੀ। ਅਤੇ ਇਸ ਚੀਜ਼ ਨੂੰ ਵਰਦਾਨ ਪੁੱਛਦੇ ਆਏ। ਫਿਰ ਜਿਉਂ-ਜਿਉਂ ਹੀ ਸਾਨੂੰ ਫਿਰ ਆਪਣੇ ਧਰਮਾਂ ਦੇ ਬਾਰੇ ਗਿਆਨ ਹੁੰਦਾ ਗਿਆ, ਅਤੇ ਇਹ ਚੀਜ਼ ਦੀ ਮਨ ਵਿੱਚ ਇੱਕ ਘਰ ਕਰ ਗਈ ਵੀ ਆਪਾਂ ਜਲਦੀ ਤੋਂ ਜਲਦੀ ਇਤਿਹਾਸ ਬਾਰੇ ਪੁੱਛੀਏ। ਅਤੇ ਪਤਾ ਲੱਗਾ ਵੀ ਅੱਜ ਜਿਵੇਂ ਸਾਡੀ ਸਰਪੰਚੀ ਆ, ਸਰਪੰਚ ਦੇ ਨਾਲ 5 ਉਹਦੇ ਮੈਂਬਰ ਆ। ਉਸ ਸਮੇਂ ਪ੍ਰਜਾ ਦਾ ਖਿਆਲ ਰੱਖਦੇ ਸੀ ਰਾਜੇ, ਰਾਜਗਿਰੀਆਂ ਸੀ। ਉਸ ਸਮੇਂ ਤੋਂ ਇਤਿਹਾਸਕ ਯਾਦ ਆਉਂਦਾ ਵੀ ਜਦੋਂ ਜਿਹੜੀ ਸੱਚ ਦੀ ਗੱਲ ਕਰਨ ਵਾਲੇ ਸੀਗੇ ਮਹਾਂਪੁਰਸ਼ ਰਾਜੇ, ਆਪਣੀ ਪ੍ਰਜਾ ਦੀ ਪਾਲਣਾ ਕਰਦੇ ਸੀਗੇ। ਇਸੇ ਤਰ੍ਹਾਂ ਹੀ ਇਹ ਰਾਜਾ ਬਾਬਾ ਘੁੰਮਣ ਸਾਹਿਬ ਸਾਹ ਜੀਆਂ ਨੇ ਜੀ ਆਪਣੀ ਖੇਤੀ ਕਰਨੀ, ਉਹਦੇ ਨਾਲ ਨਾਲ ਆਪਣੀ ਪ੍ਰਜਾ ਦੀ ਦੇਖਭਾਲ ਕਰਨੀ। ਉਦੋਂ ਖੂਹ, ਨਲਕੇ, ਮੋਟਰਾਂ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ ਨਹੀਂ ਸੀ। ਉਦੋਂ ਦਰਿਆਵਾਂ, ਨਦੀਆਂ, ਨਾਲਿਆਂ ਦਾ ਪ੍ਰਬੰਧ ਸੀ। ਜਾਂ ਦੁਨੀਆ ਉੱਥੇ ਵਸੀ ਸੀ, ਕਬੀਲੇ ਉੱਥੇ ਵਸੇ ਸੀ, ਪਿੰਡ ਉੱਥੇ ਵਸੇ ਦੇ ਹੋਏ ਸੀ ਜਿੱਥੇ ਪਾਣੀ ਦਾ ਪ੍ਰਬੰਧ ਸੀ। ਅਤੇ ਰਾਜਾ ਬਾਬਾ ਘੁੰਮਣ ਸਾਹਿਬ ਜੀਆਂ ਨੇ ਗੁਰੂ ਜੀ ਦੇ ਸਿੱਖ ਹੀ, 5ਵੇਂ ਪਾਤਸ਼ਾਹ ਜੀ ਦੇ ਸਿੱਖ ਹੀ। ਅਤੇ ਸਿੱਖੀ ਦੇ ਵਿੱਚ ਰਹਿੰਦੇ ਅੱਜ ਵੀ ਉਹਦਾ ਵਿਰਸਾ ਸਾਰਾ ਕਾਫੀ ਸਿੱਖ ਵਾ, ਪਰ ਹੈ ਖੇਤੀ ਦੇ ਨਾਲ ਵੀ ਨਿਰਭਰ ਆ ਜੀ। ਅਤੇ ਇਸ ਤਰ੍ਹਾਂ ਬਹੁਤ ਧੰਦੇ ਦਿੱਤੇ ਆ ਬਾਬਾ ਜੀਆਂ ਨੇ। ਅਤੇ ਸਿੱਖ ਹੋਣ ਦੇ ਕਰਕੇ ਬਾਬਾ ਜੀ ਆਪਣੀ ਪ੍ਰਜਾ ਲਈ ਫਿਰ ਦਰਿਆਵਾਂ 'ਚੋਂ ਜਲ ਲਿਆਉਂਦੇ ਸੀ। ਅਤੇ ਉਹ ਇੱਕ ਵੱਡਾ ਮੱਟ ਹੀ ਇੱਥੇ, ਮੱਟ ਵਿੱਚ ਜਲ ਪਾਉਣਾ। ਉਹ ਮੱਟ ਤੋਂ ਫਿਰ ਨਾਂ ਹੋਂਦ ਵਿੱਚ ਆਇਆ ਵੀ ਮੱਟ ਤੋਂ ਮਟਮ ਪਿੰਡ ਪੈ ਗਿਆ। ਉਸ ਤੋਂ ਅੱਗੇ ਇਹ ਮਟਮ ਪਿੰਡ ਵਸਿਆ ਜੀ ਮੱਟ ਤੋਂ। ਇਹਦੇ ਨਾਲ ਨਾਲ ਇਹਦਾ ਨਾਮ ਹੈ ਡੇਰੇ ਦਾ, ਕਹਿ ਲਓ ਬਾਗ, ਕਹਿ ਲਓ ਜੰਗਲ, ਕਹਿ ਲਓ ਬਨਸਪਤੀ, ਕਹਿ ਲਓ। ਇਹਦਾ ਨਾਮ ਹੈ ਡੇਰਾ ਕਰਮਾਣਾ ਜੀ। ਘਰ ਮਾਣੇ ਦਾ ਮਤਲਬ ਆ ਉਹ ਸਾਡੇ ਵੱਡਿਆਂ ਨੇ ਨਾਮ ਰੱਖਿਆ ਵੀ ਉਹੀ ਪਵਿੱਤਰ ਸਰੀਰ ਆ ਵੀ ਇੱਕ ਦਿਨ ਨੂੰ ਘਰ ਮਰ ਆਣਾ। ਪਹਿਲਾ ਮਰਨ ਕਬੂਲ ਜੀਵਨ ਕੀ ਸਾਡੇ ਆਸ, ਤਾਂ ਹੋ ਸਭਨਾ ਕੀ ਰੇਨ ਕਾ ਤਾਂ ਆਓ ਹਮਾਰੇ ਪਾਸ। ਜਿਨ੍ਹਾਂ ਨੇ ਇਹ ਚੀਜ਼ ਨੂੰ ਕਬੂਲ ਕੀਤਾ ਉਸ ਸਮੇਂ ਫਿਰ ਨੱਠ ਕੇ ਉਹ ਲਕੀਰ ਟੱਪ ਗਏ ਨੇ। ਅਤੇ ਆਪਣੀ ਦੇਸ਼ ਕੌਮ ਦੀ, ਜਿੱਦਾਂ ਰਾਜਾ ਬਾਬਾ ਘੁੰਮਣ ਸਾਹਿਬ ਜੀ ਸੇਵਾ ਕਰਦੇ, ਇੱਦਾਂ ਉਹਨਾਂ ਦੀ ਫੁੱਲਵਾੜੀ ਗਾਂ ਦੀ ਗਾਂ ਗੁਰੂ ਦੀ ਸਿੱਖੀ ਕਰਦੀ ਆ ਰਹੀ ਆ ਜੋ ਸਿੱਖ ਨੇ। ਅਤੇ ਇਸ ਤਰ੍ਹਾਂ ਫਿਰ ਉਹ ਜਿਵੇਂ ਬਾਗ ਦਾ ਨਾਮ ਘਰ ਮਰ ਆਉਣੇ ਤੋਂ ਮਤਲਬ ਕਰਮਾਣਾ, ਇਹ 3 ਭਰਾ ਨੇ, ਚਲਾਣਾ, ਕਰਮਾਣਾ, ਮਿੱਟੀ ਜਾਣਾ। ਉਹਨਾਂ ਵਿੱਚੋਂ ਇਹਨਾਂ ਦੀਆਂ ਦੇਵੀਆਂ ਨੇ, ਨਾਠੂਵਾਣੀ, ਕਸੀਰਾਣੀ, ਸੱਪੜੀ, ਤਵਾਣੀ, ਇਹਦੇ ਬਹੁਤ ਵਿਰਸੇ ਆ, ਪੁਰਾਣੇ ਨਾਮ ਨੇ। ਉਹਨਾਂ ਵਿੱਚੋਂ ਡੇਰਾ ਕਰਮਾਣਾ। ਅਤੇ ਕਰਮਾਣੇ ਦੇ ਨਾਲ ਇਹ ਰਾਜਾ ਬਾਬਾ ਘੁੰਮਣ ਸਾਹਿਬ ਜੀ ਆਪਣੀ ਪ੍ਰਜਾ ਨੂੰ ਪਾਲਦੇ ਹੋਏ, ਅਤੇ ਸਮੇਂ ਦੇ ਵਿੱਚ ਸੰਕਟ ਆਇਆ ਜਦੋਂ 5ਵੇਂ ਪਾਤਸ਼ਾਹ ਜੀ ਨੂੰ ਉਸ ਸਮੇਂ ਸ਼ਹੀਦ ਕੀਤਾ ਗਿਆ। ਉਦੋਂ ਸਰਕਾਰ, ਉਦੋਂ ਜਿਵੇਂ ਅੱਜ ਵੀ ਸਾਡੇ ਦੇਸ਼ ਦੀਆਂ, ਪੰਜਾਬ ਦੀਆਂ ਸਰਕਾਰਾਂ, ਉਦੋਂ ਮੁਗਲ ਹਕੂਮਤ ਸਰਕਾਰ ਸੀਗੀ। ਅਤੇ ਮੁਗਲ ਹਕੂਮਤ ਸਰਕਾਰ ਜੀ ਨੇ ਸਿੱਖਾਂ ਦੇ ਬਾਨੀ ਸਾਡੇ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ, ਕਿਉਂਕਿ ਉਹਨਾਂ ਗੁਰਬਾਣੀ ਨੂੰ ਇਕੱਠਿਆਂ ਕੀਤਾ, ਅਤੇ ਗੁਰਬਾਣੀ ਤੋਂ ਉਹਨਾਂ ਜਹਾਂਗੀਰ ਨੇ ਇਹ ਗੱਲ ਕਹਿਤੀ ਵੀ ਮੇਰੇ ਪਿਤਾ ਜੀ ਦੀ ਵਿੱਚ ਸਿਫਤ ਲਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਗੱਲ ਕਿਹਾ ਵੀ ਕਿਸੇ ਦੀ ਸਿਫਤ ਲਿਖਣ ਦਾ ਖਜ਼ਾਨਾ ਨਹੀਂ, ਸਿਫਤ ਇੱਕੋ ਇੱਕ ਅਕਾਲ ਪੁਰਖ ਜੀ ਦੀ ਉਸਤਤ ਹੈ, ਉਹਦੀ ਧਰਤੀ ਸਾਜੀ ਹੈ। ਅਤੇ ਅਕਾਲ ਪੁਰਖ ਜੀ ਦੀ ਉਸਤਤ ਕਰਦੇ ਹਾਂ
ਜਹਾਂਗੀਰ ਨੇ ਇਹ ਗੱਲ ਕਹੀ ਵੀ ਮੇਰੇ ਪਿਤਾ ਸ਼ਾਹਜਹਾਨ ਦਾ ਮਤਲਬ ਕਿਸੇ ਜੋ ਵੀ ਲੀਡਰ ਰਾਜਾ ਵਾ ਉਹਦੀ ਸਿਫਤ ਲਓ। ਗੁਰੂ ਪਾਤਸ਼ਾਹ ਨੇ ਇਹ ਗੱਲ ਮਨਾ ਕੀਤੀ, ਉਹਨੇ ਕਿਹਾ ਵੀ ਜਾਂ ਮਰਨ ਲਈ ਤਿਆਰ ਹੋ ਜਾਓ ਜਾਂ ਸਾਨੂੰ ਟੈਕਸ ਦਿਓ ਤੇ ਜਾਂ ਫਿਰ ਸਾਨੂੰ ਕੋਈ ਕਰਾਮਾਤ ਦਿਖਾਓ। ਮਤਲਬ ਜ਼ੁਲਮ ਕਰਦੇ ਸੀ, ਜ਼ੁਲਮ ਕਰਦੇ ਸੀਗੇ, ਡੋਲੇ ਚੁੱਕੇ ਜਾਂਦੇ ਸੀ। ਪੰਜਵੇਂ ਪਾਤਸ਼ਾਹ ਨੇ ਸ਼ਹੀਦ ਕਰਤਾ ਤਾਂ ਉਦੋਂ ਸਮੇਂ ਸਾਡੇ ਰਾਜ ਹੀ ਵਿਆਹ ਡੋਲਿਆਂ ਵਿੱਚ ਹੁੰਦਾ। 13 ਸਾਲ ਦੀ ਕੁੜੀ ਤੇ ਬੱਚੀ ਦਾ ਵਿਆਹ ਹੋ ਜਾਂਦਾ ਸੀ ਤੇ ਜੋ ਮਕਲਾਵਾ ਕਹਿ ਲਓ, ਡੋਲਾ ਕਹਿ ਲਓ, 18 ਸਾਲ ਮਤਲਬ 8 ਸਾਲ ਬਾਅਦ, ਕਿਸੇ ਦਾ 6 ਸਾਲ ਬਾਅਦ ਜਦੋਂ ਡੋਲਾ ਜਾਂਦਾ ਸੀ ਉਦੋਂ ਡੋਲੇ ਮੁਗਲ ਹਕੂਮਤ ਲੁੱਟ ਲੈਂਦੀ ਸੀ। ਜੋ ਧੀ ਨੂੰ ਉਹਦੇ ਪਿਤਾ ਜੀ ਨੇ ਮਾਪਿਆਂ ਨੇ ਗਹਿਣਾ ਪਾਇਆ, ਕੱਪੜਾ ਲੱਤਾ ਦਿੱਤਾ ਤੇ ਡੋਲੇ ਦੇ ਵਿੱਚ ਕੁਹਾੜਾਂ ਕੋਲ ਡੋਲਾ ਲੁੱਟ ਲਿਆ ਕਰਦੇ ਸੀ। ਉਸ ਸਮੇਂ ਜ਼ੁਲਮ ਨੂੰ ਸਹਾਰਦਾ ਹੋਇਆ ਸਿੱਖ ਰਾਜ ਨਾ ਸਹਾਰ ਸਕਿਆ ਤੇ ਪੰਜਵੇਂ ਪਾਤਸ਼ਾਹ ਜੀ ਨੇ ਫਿਰ ਜਦੋਂ ਇਹ ਚੀਜ਼ ਨੂੰ ਵੇਖਿਆ ਤੇ ਛੇਵੇਂ ਪਾਤਸ਼ਾਹ ਨੂੰ ਗੁਰਗੱਦੀ ਤੇ ਗੁਰਿਆਈ ਦਾ ਮਤਲਬ ਵਰਦਾਨ ਦੇਤਾ। ਛੇਵੇਂ ਪਾਤਸ਼ਾਹ ਨੇ ਫਿਰ ਅਕਾਲ ਤਖਤ ਸਾਹਿਬ ਸਾਜਿਆ। ਇਹ ਆਖਿਆ ਫਿਰ ਉੱਥੋਂ ਸਾਡੇ ਡੋਲਿਆਂ ਦੇ ਵਿੱਚ ਵਿਆਹ ਬੰਦ ਹੋ ਗਏ। ਉੱਥੋਂ ਫਿਰ ਮੇਨ ਆ ਗੱਲ ਵਾ, ਉੱਥੋਂ ਸਾਡੀ ਛੇਵੇਂ ਪਾਤਸ਼ਾਹ ਨੇ ਫਿਰ ਜੰਜਾਂ ਬਣਾ ਦਿੱਤੀਆਂ। ਜੰਜਾਂ ਬਣਾ ਦਿੱਤੀਆਂ, ਸਿੱਖੋ ਆਨ ਸ਼ਾਨ ਦੇ ਨਾਲ ਤੁਸੀਂ ਵਿਆਹੁਣ ਜਾਓ ਤੇ ਸਮੇਂ ਨਾਲ ਬਦਲਦਾ ਗਿਆ ਸਭ ਕੁਝ। ਇਹ ਸਥਾਨ ਜਿਹੜਾ ਵਾ ਜੀ ਜੰਗਲ ਦੀ ਕਹਿੰਦੇ ਲੱਕੜੀ ਜਿਹੜੀ ਕੱਟ ਕੇ ਘਰ ਨਹੀਂ ਖੜ ਸਕਦੇ ਜੀ, ਨਹੀਂ ਖੜਦੇ। ਉਹ ਫਿਰ ਇਹ ਜਿਹੜੇ ਰਾਜਾ ਬਾਬਾ ਘੁੰਮਣ ਸ਼ਾਹ ਜੀ ਸੀ, ਇਹਨਾਂ ਦੇ ਸਾਥੀ ਤਰਖਾਨ ਬਾਬਾ ਦਿਆਨਾਥ ਜੀ, ਉਹ ਵੀ ਆਪਾਂ ਦਰਸ਼ਨ ਕਰਨੇ ਆ। ਮਾਤਾ ਉਹਨਾਂ ਦੀ ਸੇਵਾਦਾਰ ਨੇ ਮਾਤਾ ਸਤੀ ਜੀ। ਉਸ ਸਮੇਂ ਇਹ ਵੀ ਰਿਵਾਜ ਸੀ ਵੀ ਉਹ ਜ਼ਬਰਦਸਤੀ ਔਰਤਾਂ ਨੂੰ ਮਤਲਬ ਉਹਦੀ ਚਿਖਰ ਵਿੱਚ ਵੀ ਸੁੱਟਿਆ ਜਾਂਦਾ ਸੀ ਤੇ ਕਈ ਜਿਹੜੀਆਂ ਸੱਤ ਵਾਲੀਆਂ ਇਸਤਰੀਆਂ ਸੀ ਉਹ ਜ਼ੁਲਮ ਤੋਂ ਡਰਦੀਆਂ ਆਪਣੇ ਆਦਮੀ ਦੇ ਨਾਲ ਆਪ ਹੀ ਸਾਲ ਮਾਰ ਦਿੰਦੀਆਂ ਸੀ, ਕਿਉਂਕਿ ਜ਼ੁਲਮ ਇਹੋ ਜਿਹਾ ਬਹੁਤ ਜ਼ਿਆਦਾ ਸੀ ਤੇ ਉਹ ਵੀ ਆਪਾਂ ਦਰਸ਼ਨ ਕਰਨੇ ਆ। ਉਸ ਤੋਂ ਅੱਗੇ ਫਿਰ ਇਹ ਬਾਗ ਦਾ ਜਿਹੜਾ ਵਰਦਾਨ ਆ ਵੀ ਇਹ ਜਿਹੜਾ ਇਹ ਭਗਤੀਆਂ ਦਾ ਖਜ਼ਾਨਾ ਵਾ। ਅੱਜ ਵੀ ਕਹਿ ਰਿਹਾ 21 ਜੋ ਭਗਤੀ ਕਰਦਾ ਉਹ 21 ਕੁਲਾਂ ਤਾਰਦਾ ਵਾ। 7 ਕੁਲਾਂ ਆਪਣੀਆਂ, 7 ਕੁਲਾਂ ਆਪਣੇ ਨਾਨਕੇ ਦੀਆਂ, 7 ਕੁਲਾਂ ਆਉਣ ਵਾਲੀਆਂ ਦਾਦਕਾ। 21 ਕੁਲਾਂ ਦਾ ਵਰਦਾਨ ਆ ਜੋ ਭਗਤੀ ਕਰਦਾ ਸੱਚੇ ਦਿਲੋਂ ਤੇ ਉਹ ਪੀੜ੍ਹੀ ਦਰ ਪੀੜ੍ਹੀ ਕੋਲ ਨੂੰ ਅੱਜ ਵੀ ਸਾਡਾ ਐਂਡ ਦੇ ਸਮੇਂ ਦਾ ਖਜ਼ਾਨਾ ਇਹ ਲੱਕੜੀ ਕਹਿ ਲਓ ਵੀ ਜਦੋਂ ਕਿਸੇ ਦੇ ਘਰ ਰੱਬ ਨਾ ਕਰੇ ਮੌਤ ਵਾਪਰ ਜਾਂਦੀ ਆ ਤੇ ਪਤਾ ਨਹੀਂ ਘਰ ਗਰੀਬ ਦੇ ਪੈਸਾ ਹੈ ਚਾਹੇ ਨਹੀਂ, ਪਰ 5 ਕੁਇੰਟਲ 4 ਕੁਇੰਟਲ ਬਾਲਣ ਜ਼ਰੂਰ ਸਿੱਖ ਧਰਮ ਕਹਿ ਲਓ, ਹਿੰਦੂ ਧਰਮ ਕਹਿ ਲਓ, ਇਹਦੇ ਸੰਸਕਾਰ ਤੇ ਲੱਗਦਾ ਵਾ। ਤੇ ਖੁਸ਼ੀ ਦੇ ਸਮੇਂ ਆਪਾਂ ਪਹਿਲਾਂ ਪ੍ਰਬੰਧ ਕਰ ਲੈਂਦੇ ਆ ਪੈਸੇ ਦਾ, ਪਰ ਮੌਤ ਜਿਹੜੀ ਇਹੋ ਜਿਹੇ ਹਲੇ ਕੁਛ ਵੀ ਆਦਮੀ ਨੂੰ ਨਹੀਂ ਸੁੱਝਦਾ। ਉਹ ਚੀਜ਼ ਦੇ ਵਿੱਚ ਰੱਬ ਜੀ ਨੇ, ਧਰਤੀ ਮਾਂ ਨੇ, ਇਹ ਕੁਦਰਤ ਨੇ ਵਿੱਚ ਭਗਤੀ ਦਿੱਤੀ ਸਾਨੂੰ ਤੇ ਭਗਤੀ ਤੋਂ ਸ਼ਕਤੀਆਂ ਅੱਜ ਵੀ ਖੜੀਆਂ। ਕਈ ਸਾਡੀ ਉਮਰ ਘੱਟੋ ਘੱਟ 50 ਸਾਲ ਜੀ। ਜਿਹੜਾ ਪਵਿੱਤਰ ਖੂਹ ਆ ਜੀ, ਪਵਿੱਤਰ ਬੋਲੀ ਆ, ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ, ਉਹਦੇ ਵੀ ਤੁਹਾਨੂੰ ਰੂਬਰੂ ਕਰਦੇ ਆ। ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਦਰਸ਼ਨ ਕਰਾਉਣ। ਇਹ ਪਵਿੱਤਰ ਖੂਹ ਆ ਜੀ। ਸੋ ਭਾਈ ਸਾਹਿਬ ਇਸ ਖੂਹ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਜਾਣਨਾ ਪਾਓਗੇ ਜੀ। ਹਾਂਜੀ, ਇਹ ਵੀਰ ਜੀ ਖੂਹ ਸੀਗੇ ਜਦੋਂ ਸਾਡੇ ਅੱਜ ਤੋਂ ਕਈ 100 ਸਾਲ ਪਹਿਲਾਂ ਮੋਟਰਾਂ ਦਾ, ਨਲਕੇ ਦਾ, ਟੂਟੀ ਦਾ ਪ੍ਰਬੰਧ ਨਹੀਂ ਸੀ ਤੇ ਸਾਡੇ ਵੱਡਿਆਂ ਨੇ ਜਲ ਪਾਣੀ ਤਾਜ਼ਾ ਪੀਣ ਲਈ ਖੂਹ ਪੁੱਟੇ ਸਨ ਤੇ ਸਿੱਖ ਧਰਮ ਨੇ ਖੂਹ ਪੁੱਟੇ। ਉਸ ਸਮੇਂ ਕੁਝ ਸਮੇਂ ਦੀ ਹਕੂਮਤ ਨੇ ਫਿਰ ਉਹਨਾਂ ਦਾ ਜ਼ੋਰ ਪਿਆ ਤੇ ਉਹਨਾਂ ਸਾਡੇ ਸਿੱਖ ਵੀ ਮੁਕਾਉਣ ਦੀ ਕੋਸ਼ਿਸ਼ ਕੀਤੀ ਤੇ ਖੂਹ ਵੀ ਪੂਰ ਦਿੱਤੇ ਗਏ ਸੀ। ਪਰ ਉਹਨਾਂ ਵਿੱਚ ਅੱਜ ਵੀ ਜਿਹੜੀ ਯਾਦਗਾਰੀ ਬਾਬਾ ਜੀ ਆਪਣੇ ਸੇਵਾਦਾਰਾਂ ਨੂੰ ਦਿਖਾਉਂਦੇ ਆ ਵੀ ਇੱਥੇ ਉਹ ਚਸ਼ਮਾ, ਉਹ ਵਿਚਾਰ ਹੈ ਵੀ ਇਹ ਜੀਵ ਜੰਤੂਆਂ ਦੇ ਲਈ ਵੀ ਚਲੋ ਹੁਣ ਸਾਡੇ ਮਨੁੱਖਤਾ ਰੂਪ ਦੇ ਲਈ ਜਲ ਪਾਣੀ ਦੇ ਲਈ ਪ੍ਰਬੰਧ ਨਲਕੇ ਮੋਟਰਾਂ ਆ ਗਈਆਂ ਭਾਵੇਂ, ਪਰ ਇਹ ਜਿਹੜੇ ਪੰਛੀ ਨੇ ਜਦੋਂ ਅਸੀਂ ਫਸਲ ਨੂੰ ਪਾਣੀ ਨਹੀਂ ਲਾਉਂਦੇ ਉਦੋਂ ਪਾਣੀ ਦਾ ਪ੍ਰਬੰਧ ਤੇ ਇਹ ਖੂਹ ਦੇ ਰੂਪ ਵਿੱਚ ਅੱਜ ਉਹ ਮੋਟਰ ਆ ਤੇ ਇਹ ਬਣਿਆ ਹੋਇਆ ਇਤਿਹਾਸ ਆ ਸਾਧ ਸੰਗਤ ਦੇ ਪੈਸੇ ਦਾ। ਬਿਲਕੁਲ ਦੇਖੋ ਮਨ ਨੂੰ ਆ ਕੇ ਸਕੂਨ ਮਿਲਦਾ ਵਾ ਔਰ ਸ਼ਾਂਤੀ ਆ। ਔਰ ਮੈਂ ਦੇਖੋ ਇਹ ਦੇਖੋ ਪਾਠ ਪੂਜਾ ਕਰਕੇ ਗਿਆ ਵਾ ਜੀ, ਆਪਣਾ ਭਗਵਾਨ ਦਾ ਮਹਾਰਾਜ ਦਾ ਨਾਮ ਲੈ ਕੇ ਗਿਆ ਵਾ ਜੀ, ਫੁੱਲ ਚੜਾ ਗਿਆ ਵਾ ਖੂਹ ਤੇ। ਦੇਖੋ ਇਹ ਸ਼ਰਧਾ ਵਾ, ਆਸਥਾ ਵਾ ਲੋਕਾਂ ਦੀ ਜਿਹੜੀ ਜੁੜੀ ਹੋਈ ਹੈ ਜੀ। ਇਹ ਪਵਿੱਤਰ ਖੂਹ ਆ। ਸੋ ਬਾਬਾ ਜੀ ਦੇ ਤੁਹਾਨੂੰ ਦਰਸ਼ਨ ਕਰਾਏ ਆ, ਜੰਗਲ ਦੇ ਵੀ ਤੁਹਾਨੂੰ ਰੂਬਰੂ ਕਰਾਇਆ ਵਾ। ਸੋ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਤੁਹਾਨੂੰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਦਰਸ਼ਨ ਕਰਾਈਏ। ਸੋ ਇਸੇ ਕੜੀ ਤੇ ਅੱਜ ਤੁਹਾਨੂੰ ਲੈ ਕੇ ਆਏ ਸੀ ਜੀ ਗੁਰਦਾਸਪੁਰ ਦੇ ਪਿੰਡ ਮਟਮਾ ਵਿੱਚ। ਸੋ ਅਗਾਂਹ ਵੀ ਸਾਡੀ ਕੋਸ਼ਿਸ਼ ਜਾਰੀ ਰਹੇਗੀ ਔਰ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਦੇ ਰੂਬਰੂ ਤੁਹਾਨੂੰ ਦਰਸ਼ਨ ਕਰਾਉਂਦੇ ਰਵਾਂਗੇ ਜੀ। ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।